ਦੂਸਰੇ ਗਰੁੱਪ ਵਿੱਚ ਦਰਸ਼ਨ ਸਿੰਘ ਨੇ ਕਿਹਾ ਹੈ, ਸਤਿ ਸ੍ਰੀ ਅਕਾਲ ਬਾਬਾ ਜੀ। ਸੰਤੋਖ ਅਤੇ ਸ਼ਬਦ ਸੁਰਤ ਬਾਰੇ ਖੋਲ੍ਹ ਕੇ ਦੱਸਣ ਦੀ ਕਿਰਪਾ ਕਰਨੀ ਜੀ। ਖੋਲ੍ਹ ਕੇ ਬਹੁਤ ਵਾਰਾਂ ਦੱਸਿਆ ਗਿਆ ਹੈ। ਪਰ ਤੁਹਾਨੂੰ ਸਮਝ ਵਿੱਚ ਨਹੀਂ ਆਉਂਦਾ। ਇੱਧਰੋਂ ਕੋਈ ਸੰਕੋਚ ਨਹੀਂ ਹੈ। ਐਸਾ ਨਹੀਂ ਹੈ ਕਿ ਕੁਝ ਛੁਪਾਇਆ ਜਾ ਰਿਹਾ ਹੈ ਤੁਹਾਡੇ ਕੋਲੋਂ। ਇੱਧਰ ਖੁੱਲ੍ਹ ਕੇ ਹੀ ਦੱਸਿਆ ਜਾ ਰਿਹਾ ਹੈ ਤੇ ਬਹੁਤ ਵਾਰਾਂ ਦੱਸਿਆ ਗਿਆ ਹੈ। ਪਰ ਇਹ ਓਨਾ ਚਿਰ ਸਮਝ ਵਿੱਚ ਨਹੀਂ ਆਉਂਦਾ ਹੈ ਉਪਦੇਸ਼, ਜਿੰਨਾ ਚਿਰ ਆਪਾਂ ਉਸ ਸਥਿਤੀ ਤੱਕ ਨਾ ਪਹੁੰਚੀਏ ਜਿਹੜੀ ਸਥਿਤੀ ਦੀ ਗੱਲ ਕੀਤੀ ਗਈ। ਇਹ ਗੱਲ ਖਿਆਲ ਵਿੱਚ ਤੁਹਾਡੇ ਨਹੀਂ ਆਉਂਦੀ। ਹੁਣ ਸੰਤੋਖ ਨੂੰ ਓਨਾ ਚਿਰ ਤੁਸੀਂ ਨਹੀਂ ਸਮਝ ਸਕਦੇ ਜਿੰਨਾ ਚਿਰ ਤੁਸੀਂ ਪੂਰਨ ਸੰਤੁਸ਼ਟ ਨਹੀਂ ਹੋ ਜਾਂਦੇ ਹੋ। ਤੇ ਜਿਹੜੇ ਪੂਰਨ ਸੰਤੁਸ਼ਟ ਸਨ ਨਾ, ਉਹਨਾਂ ਨੇ ਸੰਤੋਖ ਨੂੰ ਸਮਝਿਆ ਸੀ। ਬਾਬੇ ਭੀਖਨ ਵਰਗਿਆਂ ਨੇ ਕਹਿ ਭੀਖਨ ਦੋਏ ਨੈਣ ਸੰਤੋਖੇ, ਜਹ ਦੇਖਾਂ ਤਹ ਸੋਈ। ਉਹਨਾਂ ਨੇ ਸੰਤੁਸ਼ਟੀ ਦਾ ਅਰਥ ਸਮਝਿਆ। ਕਦੋਂ ਸਮਝਿਆ? ਜਦੋਂ ਉਹ ਸੰਤੁਸ਼ਟ ਹੋ ਗਏ, ਪੂਰਨ ਸੰਤੁਸ਼ਟ ਹੋ ਗਏ, ਚਾਹ ਖਤਮ ਹੋ ਗਈ। ਨਾ ਦੇਖਣ ਦੀ ਚਾਹ ਰਹਿ ਗਈ, ਨਾ ਸੁਣਨ ਦੀ ਚਾਹ ਰਹਿ ਗਈ, ਨਾ ਬੋਲਣ ਦੀ ਚਾਹ ਰਹਿ ਗਈ, ਨਾ ਭੋਗਣ ਦੀ ਚਾਹ ਰਹਿ ਗਈ, ਨਾ ਜੀਣ ਦੀ ਹੀ ਚਾਹ ਰਹਿ ਗਈ। ਵਾਸ਼ਨਾ ਰਹਿ ਗਈ, ਚਾਹਤ ਰਹਿ ਗਈ। ਜਦੋਂ ਟੋਟਲ ਹੀ ਚਾਹਤ ਖਤਮ ਹੋ ਜਾਂਦੀ ਹੈ ਨਾ, ਉਹਨੂੰ ਕਿਹਾ ਹੈ ਸੰਤੋਖ। ਉਹ ਹੀ ਧਰਮ ਹੈ। ਉਹਦੇ ਸਹਾਰੇ ਹੀ ਬਾਬਾ ਨਾਨਕ ਜੀ ਕਹਿੰਦੇ ਹਨ ਵੀ ਇਹ ਸਭ ਕੁਝ ਖੜਾ ਹੈ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਸੰਤੁਸ਼ਟੀ ਦੇ ਸਹਾਰੇ ਸਭ ਕੁਝ ਖੜਾ ਹੈ। ਤੇ ਜਦੋਂ ਆਦਮੀ ਪੂਰਨ ਸੰਤੁਸ਼ਟ ਹੋ ਜਾਂਦਾ ਹੈ, ਕੋਈ ਵੀ ਚਾਹ ਨਹੀਂ ਰਹਿ ਗਈ। ਹੁਣ ਜੀਣ ਦੀ ਚਾਹ ਵੀ ਨਹੀਂ ਰਹਿ ਗਈ ਤੇ ਮਨ ਦੌੜੇਗਾ ਨਹੀਂ। ਕਿਵੇਂ ਦੌੜੇਗਾ? ਫਿਰ ਜਦੋਂ ਜੀਣ ਦੀ ਚਾਹ ਨਹੀਂ ਹੈ ਤੇ ਕੋਈ ਆਪਣਾ ਵੀ ਨਹੀਂ ਹੈ। ਹੁਣ ਮਾਰੀ ਰਹੇ ਹਾਂ ਤੇ ਕੌਣ ਹੈ ਆਪਣਾ, ਕੌਣ ਹੈ ਪਰਾਇਆ? ਛੋਟੀ ਰਹੇ ਹਨ, ਛੋਟੀ ਗਏ ਹਨ। ਤੇ ਜਿਹਦੇ ਅੰਦਰੋਂ ਚਾਹ ਖਤਮ ਹੋ ਜਾਂਦੀ, ਵਾਸ਼ਨਾ ਖਤਮ ਹੋ ਜਾਂਦੀ, ਤ੍ਰਿਸ਼ਨਾ ਖਤਮ ਹੋ ਜਾਂਦੀ। ਤ੍ਰਿਸ਼ਨਾ ਕਰਕੇ ਹੀ ਤੁਸੀਂ ਭਟਕ ਰਹੇ ਹੋ ਨਾ। ਕਹਿੰਦੇ ਲਿਵ ਛੁਟਕੀ ਲਾਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹੋ ਹੀ ਮਾਇਆ ਹੈ। ਤੁਸੀਂ ਸੰਸਾਰ ਵੱਲ ਚੱਲ ਪਏ, ਸੋਚਣ ਲੱਗ ਪਏ ਜੀਣ ਵਾਸਤੇ, ਸੋਚਣ ਲੱਗ ਪਏ ਭੋਗਣ ਵਾਸਤੇ, ਸੋਚਣ ਲੱਗ ਪਏ ਸੰਸਾਰ 'ਚੋਂ ਵੱਧ ਤੋਂ ਵੱਧ ਸੁੱਖ ਕਿਵੇਂ ਲੈਣੇ।
ਇਹੋ ਵਾਸ਼ਨਾ ਨੇ ਸੰਸਾਰ ਵੱਲ ਭਟਕਾਤਾ ਹੈ ਤੁਹਾਨੂੰ। ਇਹੋ ਹੀ ਵਾਸ਼ਨਾ ਹੈ ਨਾ। ਤੁਸੀਂ ਪੜ੍ਹਦੇ ਵੀ ਹੋ, ਬਹੁਤ ਪ੍ਰੇਮੀ ਪਾਠ ਕਰਦੇ ਵੀ ਹਨ, ਪਰ ਸਮਝਦੇ ਨਹੀਂ ਹਨ ਨਾ। ਲਿਖਿਆ ਹੈ, ਬਿਨਾ ਸੰਤੋਖ ਨਹੀਂ ਕੋਊ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੇ। ਕਹਿੰਦੇ ਬਿਨਾ ਸੰਤੋਖ ਦੇ ਕੋਈ ਰੱਜ ਨਹੀਂ ਸਕਦਾ, ਰੱਜ ਹੀ ਨਹੀਂ ਸਕਦਾ। ਉਹਨੂੰ ਹੀ ਰਾਜਾ ਕਿਹਾ ਪੁਰਾਣੇ ਸਮਿਆਂ ਦੇ ਵਿੱਚ, ਜਿਹੜਾ ਰੱਜਿਆ ਹੋਇਆ। ਰਾਜਾ ਸਗਲੇ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ, ਰੱਜਿਆ ਹੋਇਆ। ਹੁਣ ਚਾਹੀਦਾ ਨਹੀਂ, ਭਾਵੇਂ ਟੁੱਟੀ ਛੰਨ 'ਚ ਹੀ ਬੈਠਾ, ਫਿਰ ਵੀ ਕੋਈ ਚਾਹਤ ਨਹੀਂ। ਦੇਖੋ ਉਹ ਹੈ ਨਾ ਰੱਜਿਆ ਹੋਇਆ। ਤੁਸੀਂ ਘਰਾਂ 'ਚ ਮਹਿਲਾਂ 'ਚ ਬੈਠੇ ਹੋਏ ਤਾਂ ਵੀ ਭੱਜੇ ਫਿਰਦੇ, ਤਾਂ ਵੀ ਤ੍ਰਿਪਤ ਨਹੀਂ ਹੋ। ਉਹ ਟੁੱਟੀ ਛੰਨ 'ਚ ਬੈਠ ਕੇ ਤ੍ਰਿਪਤ ਹੈ, ਉਹ ਰੱਜਿਆ ਹੋਇਆ। ਸੰਤੁਸ਼ਟ ਹੀ ਰੱਜਦਾ ਹੈ ਨਾ। ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੇ। ਕਹਿੰਦੇ ਜਿਹੜੇ ਮਨੋਰਥ ਹਨ ਨਾ ਤੁਹਾਡੇ, ਜਿਨ੍ਹਾਂ ਦੇ ਪਿੱਛੇ ਤੁਸੀਂ ਦੌੜ ਰਹੇ ਹੋ, ਇਹ ਸੁਪਨੇ ਦੀ ਨਿਆਈ ਹਨ। ਬਿਰਥੇ ਸਭ ਕਾਜੇ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇ ਆਵਲ। ਬਿਰਥੇ ਸਭ ਕਾਜ, ਸੁਪਨ ਮਨੋਰਥ, ਇਹ ਤਾਂ ਸੁਪਨੇ ਦੀ ਨਿਆਈ ਹੈ ਮਨੋਰਥ। ਜਿਵੇਂ ਇਵੇਂ ਕਹਿ ਲਈਏ ਵੀ ਸੁਪਨੇ ਦੇ ਵਿੱਚ ਤੁਸੀਂ ਸੁੱਖ ਮਾਣ ਰਹੇ ਹੋ, ਸੁਪਨੇ ਦੇ ਵਿੱਚ ਮਹਿਲ ਬਣਾ ਲੈਂਦੇ ਹੋ, ਘਰ ਬਣਾ ਲੈਂਦੇ ਹੋ ਤੇ ਸੁੱਖ ਮਾਣਦੇ ਹੋ, ਤੇ ਮਾਣ ਤੇ ਸੁਪਨੇ 'ਚ ਹੀ ਰਹੇ ਹੋ ਨਾ। ਇਹੋ ਹੀ ਤੇ ਭਰਮ ਹੈ ਨਾ, ਇਹੋ ਹੀ ਭੁਲੇਖਾ ਹੈ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਇਹੋ ਹੀ ਭਰਮ ਹੈ। ਤੁਸੀਂ ਸੁਪਨੇ ਦੇ ਵਿੱਚ ਸੁੱਖ ਮਾਣ ਰਹੇ ਹੋ, ਮਾਨਣਾ ਚਾਹੁੰਦੇ ਹੋ। ਨਰਪਤ ਇੱਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ। ਗੱਲ ਉਹੀ ਆ ਗਈ ਫਿਰ। ਸੰਸਾਰ ਦੇ ਵਿੱਚ ਸੁੱਖ ਮਾਣਨ ਦੀ ਵਾਸ਼ਨਾ, ਸੁਪਨੇ ਦੇ ਵਿੱਚ ਸੁੱਖ ਮਾਣਨਾ ਹੈ। ਜਿਵੇਂ ਸੁਪਨੇ ਦੇ ਵਿੱਚ ਆਦਮੀ ਸੁੱਖ ਮਾਣਦਾ ਹੈ, ਮਹਿਲ ਮਾੜੀਆਂ ਬਣਾ ਲੈਂਦਾ ਹੈ, ਘਰ ਬਣਾ ਲੈਂਦਾ ਹੈ, ਬੱਚੇ ਪੈਦਾ ਕਰ ਲੈਂਦਾ ਹੈ, ਸਭ ਕੁਛ ਕਰਦਾ ਹੈ ਨਾ ਸੁਪਨੇ ਦੇ ਵਿੱਚ। ਅਗਰ ਸੁਪਨਾ ਲੰਬਾ ਹੋਵੇ, ਤੁਸੀਂ ਸਾਰੀ ਜ਼ਿੰਦਗੀ ਹੀ ਸੁੱਤੇ ਰਹੋ, ਦੇਖਦੇ ਰਹੋ, ਤਾਂ ਉਹੋ ਹੀ ਲਾਈਫ ਭੋਗੋਗੇ ਤੁਸੀਂ ਸੁਪਨੇ ਦੇ ਵਿੱਚ ਜੋ ਬਾਹਰ ਭੋਗ ਰਹੇ ਹੋ ਆ ਸੰਸਾਰ ਦੇ ਵਿੱਚ। ਫਰਕ ਥੋੜ੍ਹੀ ਰਹੇਗਾ। ਉੱਦਾਂ ਹੀ ਦੁਖੀ ਹੋਵੋਗੇ, ਉੱਦਾਂ ਹੀ ਪਰੇਸ਼ਾਨ ਹੋਵੋਗੇ, ਹੁੰਦੇ ਹੀ ਹੋ ਕਈ ਵਾਰ ਸੁਪਨੇ ਦੇ ਵਿੱਚ। ਤੇ ਸੁਪਨੇ ਦੀ ਨਿਆਈ ਹੈ। ਇਹ ਜਗ ਧੂਏ ਕਾ ਪਹਾੜ ਤੈਂ ਸਾਚਾ ਜਾਨਿਆ, ਜੈਸਾ ਸੁਪਨਾ ਰਹਿਣ ਕਾ ਤੈਸਾ ਇਹ ਸੰਸਾਰ। ਪੜ੍ਹਦੇ ਹੀ ਹੋ ਤੁਸੀਂ, ਫਿਰ ਵੀ ਸਮਝਦੇ ਥੋੜ੍ਹੀ ਹੋ। ਇਹਦੇ ਵਿੱਚ ਸੁੱਖ ਪਾਉਣ ਦੀ ਵਾਸ਼ਨਾ, ਚਾਹਤ ਸੰਸਾਰ ਦੇ ਵਿੱਚ, ਇਹਦਾ ਕਰਕੇ ਹੀ ਤੁਸੀਂ ਭਟਕ ਰਹੇ ਹੋ। ਤੇ ਜਿੰਨਾ ਚਿਰ ਤੁਹਾਡੇ ਅੰਦਰ ਸੰਤੁਸ਼ਟੀ ਨਾ ਹੋਵੇਗੀ, ਉਹਨਾਂ ਚਿਰ ਤੁਸੀਂ ਆਪਣੇ ਮੂਲ ਕੇਂਦਰ ਵੱਲ ਆ ਨਹੀਂ ਸਕਦੇ ਹੋ, ਅੰਦਰੋਂ ਨਹੀਂ ਜਾਗ ਸਕਦੇ ਹੋ। ਅੰਦਰੋਂ ਤੇ ਤਾਂ ਹੀ ਜਾਗੋਗੇ ਜੇ ਬਾਹਰੋਂ ਤੁਸੀਂ ਤ੍ਰਿਪਤ ਹੋ ਜਾਓ, ਸੰਤੁਸ਼ਟ ਹੋ ਜਾਓ ਕਿ ਸੰਸਾਰ ਵੱਲ ਕੁਛ ਨਹੀਂ। ਪਰ ਐਸਾ ਹੁੰਦਾ ਨਹੀਂ। ਹੁਣ ਇਹਨਾਂ ਨੇ ਥੱਲੇ ਇਹ ਵੀ ਪੁੱਛਿਆ ਹੈ ਨਾ ਵੀ ਸ਼ਬਦ ਸੁਰਤ ਬਾਰੇ ਦੱਸੋ ਖੋਲ ਕੇ। ਹੁਣ ਸ਼ਬਦ ਦੇ ਵਿੱਚ ਸੁਰਤ ਲੱਗੇਗੀ ਨਹੀਂ ਉਹਨਾਂ ਚਿਰ, ਜਿੰਨਾ ਚਿਰ ਤੁਸੀਂ ਸੰਤੁਸ਼ਟ ਨਹੀਂ ਹੋਵੋਗੇ। ਕਿਵੇਂ ਲੱਗੇਗੀ ਸ਼ਬਦ ਦੇ ਵਿੱਚ ਸੁਰਤ? ਚਾਹਤ ਤੇ ਤੁਹਾਨੂੰ ਬਾਹਰ ਲਈ ਫਿਰਦੀ, ਤੇ ਤੁਸੀਂ ਚਾਹੁੰਦੇ ਹੋ ਸ਼ਬਦ ਦੇ ਵਿੱਚ ਸੁਰਤ ਲੱਗ ਜਾਵੇ। ਇਹ ਲੱਗ ਨਹੀਂ ਸਕਦੀ, ਹੋ ਨਹੀਂ ਸਕਦੀ। ਪਹਿਲਾਂ ਬਾਹਰੋਂ ਸੰਤੁਸ਼ਟ ਹੋਣਾ ਹੈ। ਹੁਕਮ ਮਰਜਾਈ ਚੱਲਣਾ ਨਾਨਕ ਲਿਖਿਆ ਨਾਲ, ਇਹਦਾ ਇਹੋ ਹੀ ਅਰਥ ਹੈ। ਸੰਤੁਸ਼ਟ ਹੋਣਾ ਹੈ, ਜੋ ਕੁਛ ਹੈ ਜਿਸ ਤਰ੍ਹਾਂ ਹੋਵੇਗਾ ਹੋਵੇਗਾ।
ਹੋ ਰਿਹਾ। ਪਰ ਇੰਨੀ ਗੱਲ ਦੇ ਨਾਲ ਸੰਤੁਸ਼ਟ ਨਹੀਂ ਨਾ ਹੁੰਦਾ ਹੈ ਆਦਮੀ, ਫਿਰ ਵੀ ਸੋਚਦਾ ਹੈ ਪਰਿਵਾਰ ਬਾਰੇ, ਘਰ ਬਾਰੇ। ਇਹ ਜੋ ਉਪਦੇਸ਼ ਹਨ, ਇਹ ਉਧਰ ਨੂੰ ਜਾਣ ਵਾਸਤੇ ਦਿਸ਼ਾ ਨਿਰਦੇਸ਼ ਹਨ। ਖਿਆਲ ਵਿੱਚ ਰੱਖੋ, ਸਿਰਫ ਪੜ੍ਹਨਾ ਸੁਣਨਾ ਹੀ ਥੋੜ੍ਹੀ ਹੈ। ਉਪਦੇਸ਼ ਦਿਸ਼ਾ ਨਿਰਦੇਸ਼ ਕਰਦੇ ਹਨ, ਤੁਹਾਨੂੰ ਜਿੱਧਰ ਨੂੰ ਜਾਣਾ ਹੈ ਉਸ ਰਸਤੇ ਵੱਲੋਂ ਇੰਗਿਤ ਕਰਦੇ ਹਨ, ਇਸ਼ਾਰਾ ਕਰਦੇ ਹਨ ਵੀ ਇੱਧਰੋਂ ਹਟਣਾ ਹੈ ਬਾਹਰ ਜੋ ਤੁਸੀਂ ਦੇਖ ਰਹੇ ਹੋ, ਤੇ ਤਾਂ ਤੁਸੀਂ ਅੰਦਰ ਨੂੰ ਜਾ ਸਕਦੇ ਹੋ। ਬਾਹਰ ਝੂਠ ਹੈ, ਅੰਦਰ ਤੁਹਾਡੇ ਸੱਤ ਹੈ ਤੇ ਬਾਹਰ ਵੀ ਸੱਤ, ਪਰ ਤੁਸੀਂ ਝੂਠ ਦੇਖਣ ਦੇ ਆਦੀ ਹੋ ਗਏ ਹੋ। ਤੁਸੀਂ ਸੰਸਾਰ ਹੀ ਦੇਖਦੇ ਹੋ, ਤੁਸੀਂ ਸੰਸਾਰ ਹੀ ਦੇਖਦੇ ਹੋ ਨਾ। ਹੌਲੀ ਹੌਲੀ ਨਿਗਾਹ ਪੱਕ ਗਈ ਹੈ ਤੁਹਾਡੀ। ਇਹੋ ਹੀ ਭਰਮ ਹੈ, ਇਹੋ ਹੀ ਅਗਿਆਨ ਹੈ। ਤੇ ਤੁਸੀਂ ਜੋ ਬਾਹਰ ਦੇਖ ਰਹੇ ਹੋ ਉਹਦੇ ਨਾਲ ਜੁੜ ਰਹੇ ਹੋ, ਫਿਰ ਸੋਚ ਕੇ, ਵਿਚਾਰ ਕੇ, ਆਪਣੇ ਪਰਾਏ ਸਮਝ ਕੇ ਉਹਨਾਂ ਦੇ ਨਾਲ ਲਿਪਤ ਹੋ ਰਹੇ ਹੋ। ਫਿਰ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕਰਨੀਆਂ ਹਨ, ਆਪਣੀਆਂ ਤਾਂ ਕਰਨੀਆਂ ਹੈ, ਉਹਨਾਂ ਦੀਆਂ ਵੀ ਕਰਨੀਆਂ ਹੈ, ਉਹਨਾਂ ਦੇ ਸੁਪਨੇ ਪੂਰੇ ਕਰਨੇ ਆ। ਫਿਰ ਉਹਨਾਂ ਬਾਰੇ ਤੁਸੀਂ ਸੋਚਦੇ ਹੋ, ਤੇ ਸ਼ਬਦ ਦੇ ਵਿੱਚ ਸੁਰਤ ਥੋੜ੍ਹੀ ਲੱਗੇਗੀ ਬਿਨਾਂ ਸੰਤੁਸ਼ਟੀ ਤੋਂ। ਤੇ ਸੰਤੁਸ਼ਟੀ ਦਾ ਅਰਥ, ਸੰਤੋਖ ਦਾ ਅਰਥ ਜੋ ਤੁਹਾਨੂੰ ਸਮਝਾਉਂਦੇ ਹਨ ਜੋ ਬਾਹਰ ਹਨ ਧਾਰਮਿਕ ਲੋਕ, ਵੈਸਾ ਨਹੀਂ ਹੈ। ਉਹ ਤਾਂ ਸਿਰਫ ਇੱਕ ਪਹਿਲੂ ਹੈ ਵੀ ਜੋ ਮਿਲਿਆ ਹੈ ਬਸ ਰੱਬ ਦਾ ਸ਼ੁਕਰ ਕਰੋ, ਇੱਦਾਂ ਕਹਿੰਦੇ ਹਨ ਨਾ। ਫਿਰ ਜੋ ਚਾਹੀਦਾ ਹੈ ਉਹਦੀ ਅਰਦਾਸ ਕਰੋ, ਇਹ ਵੀ ਕਹਿ ਦਿੰਦੇ ਹਨ ਨਾਲ। ਮੰਗਿਆ ਦਿੰਦਾ ਹੈ ਰੱਬ, ਸਾਰਾ ਕੁਝ ਦਿੰਦਾ ਹੀ, ਭਗਤਾਂ ਨੇ ਵੀ ਮੰਗਿਆ ਹੀ ਹੈ ਨਾ। ਤੇ ਮੰਗਣ ਦੀ ਆਦਤ ਵੀ ਬਣਾਈ ਜਾ ਰਹੇ ਹਨ। ਦੂਸਰੇ ਪਾਸੇ ਇਹ ਵੀ ਕਹਿੰਦੇ ਹਨ ਵੀ ਜੋ ਵੀ ਰੱਬ ਦਿੰਦਾ ਹੈ ਉੱਤੇ ਹੀ ਸ਼ੁਕਰ ਕਰੋ, ਧੰਨਵਾਦ ਕਰੋ, ਬਹੁਤ ਕੁਝ ਦਿੱਤਾ ਹੈ, ਇੱਦਾਂ ਕਹਿੰਦੇ ਰਹੋ। ਅੰਦਰੋਂ ਸੰਤੁਸ਼ਟ ਹੋਣਾ ਹੈ, ਬਾਹਰੋਂ ਕਹਿਣ ਨਾਲ ਕੀ ਹੋਊਗਾ। ਪਰ ਜਿਹੜਾ ਮੰਗ ਰਿਹਾ ਹੈ ਉਹ ਸੰਤੁਸ਼ਟ ਹੋ ਹੀ ਨਹੀਂ ਸਕਦਾ। ਤੇ ਜਿੰਨਾ ਚਿਰ ਤੁਸੀਂ ਸੰਤੁਸ਼ਟ ਨਹੀਂ ਹੁੰਦੇ ਹੋ, ਉਹਨਾਂ ਚਿਰ ਤੁਹਾਡੀ ਸੁਰਤ ਜਿਹੜੀ ਆ ਉਹ ਸ਼ਬਦ ਦੇ ਵਿੱਚ ਲੱਗ ਨਹੀਂ ਸਕਦੀ। ਤੇ ਜਿੰਨਾ ਚਿਰ ਸੁਰਤ ਸ਼ਬਦ ਦੇ ਵਿੱਚ ਨਹੀਂ ਲੱਗੇਗਾ ਤੇ ਲੱਗੇਗੀ, ਉਹਨਾਂ ਚਿਰ ਤੁਸੀਂ ਸਮਝੋਗੇ ਕਿਵੇਂ ਵੀ ਸ਼ਬਦ ਸੁਰਤ ਦਾ ਮੇਲ ਕੀ ਹੁੰਦਾ। ਸਿਰਫ ਅੱਖਰਾਂ ਦਾ ਵਾਰਾ ਥੋੜ੍ਹੀ ਸਮਝੋਗੇ। ਇੱਦਾਂ ਤੇ ਬਹੁਤ ਵਾਰਾ ਸਮਝਾਇਆ ਗਿਆ ਹੈ, ਪਰ ਨਹੀਂ ਸਮਝੇ ਤੁਸੀਂ। ਇਹ ਤੇ ਸ਼ਬਦ ਦੇ ਵਿੱਚ ਸੁਰਤ ਜੋੜ ਕੇ ਹੀ ਸਮਝੋਗੇ। ਤੇ ਜੋੜਨ ਦਾ ਤਰੀਕਾ ਹੈ ਵੀ ਪਹਿਲਾਂ ਬਾਹਰੋਂ ਸੰਤੁਸ਼ਟ ਹੋਣਾ ਹੈ। ਦੇਖੋ, ਖਿਆਲ ਕਰੋ, ਤੁਸੀਂ ਥੋੜ੍ਹਾ ਜਿਹਾ ਗੌਰ ਕਰੋ। ਜਿਵੇਂ ਕੱਲ੍ਹ ਹੀ ਇੱਕ ਬਜ਼ੁਰਗਾਂ ਦਾ ਕੈਨੇਡਾ ਤੋਂ ਟੈਲੀਫੋਨ ਆਇਆ ਸੀ, ਕਹਿ ਰਹੇ ਸਨ ਵੀ 4-5 ਮਹੀਨੇ ਤੋਂ ਤਕਰੀਬਨ ਮੈਂ ਸੁਣ ਰਿਹਾ ਹਾਂ। ਤੇ ਉਹਨਾਂ ਦਾ ਵੀ ਇਹੋ ਹੀ ਸਵਾਲ ਸੀ ਵੀ ਬਾਹਰ ਧਿਆਨ ਜਿਹੜਾ ਹੈ ਕਿਸੇ ਨਾ ਕਿਸੇ ਗੱਲ ਵੱਲ ਚਲੇ ਜਾਂਦਾ ਹੈ, ਸੰਸਾਰ ਵੱਲ, ਪਰਿਵਾਰ ਵੱਲ। ਇਹਨੂੰ ਕਿਵੇਂ ਹਟਾਇਆ ਜਾਵੇ। ਪਰ ਜਾਂਦਾ ਕਿਉਂ ਹੈ, ਪਹਿਲਾਂ ਇਹ ਸਮਝੋ। ਜਦੋਂ ਇਹ ਗੱਲ ਸਮਝ ਵਿੱਚ ਆ ਗਈ ਨਾ, ਫਿਰ ਹਟਣਾ ਸ਼ੁਰੂ ਹੋ ਜਾਵੇਗਾ। ਪਹਿਲੀ ਗੱਲ ਇਹ ਸਮਝੋ ਵੀ ਤੁਹਾਡਾ ਇੱਥੇ ਕੋਈ ਨਹੀਂ ਹੈ। ਤੁਸੀਂ ਮੇਰੇ ਦਾ ਸੰਬੰਧ ਲਾ ਲੈਂਦੇ ਹੋ, ਬਣਾ ਲੈਂਦੇ ਹੋ। ਮੇਰਾ ਪੁੱਤਰ ਹੈ, ਮੇਰੀਆਂ ਧੀਆਂ ਹਨ, ਮੇਰੇ ਬੱਚੇ ਹਨ, ਮੇਰਾ ਪਰਿਵਾਰ ਹੈ, ਮੇਰੀ ਘਰਵਾਲੀ ਹੈ। ਹੁਣ ਘਰਵਾਲੀ ਮੇਰੀ ਥੋੜ੍ਹੀ ਹੈ, ਨਾ ਘਰ ਮੇਰਾ ਹੈ ਨਾ ਘਰਵਾਲੀ ਮੇਰੀ। ਆਪੋ ਆਪਣੀ ਯਾਤਰਾ ਪੂਰੀ ਕਰਨ ਵਾਸਤੇ ਆਏ ਹਨ। ਨਾ ਘਰ ਵਾਲਾ ਮੇਰਾ ਹੈ
मेरा थोड़ी, मेरा तो शरीर भी नहीं है, ਸਰੀਰ ਵੀ ਤੁਹਾਡਾ ਨਹੀਂ ਹੈ। ਇੱਥੇ ਛੁੱਟ ਜਾਂਦਾ, ਤੁਹਾਨੂੰ ਪਤਾ ਵੀ ਅੱਗ 'ਚ ਸਾੜ ਦਿੰਦੇ, ਕਈਆਂ ਨੂੰ ਦਫਨਾ ਦਿੰਦੇ, ਤੇ ਤੁਹਾਡਾ ਥੋੜੀ। ਤੇ ਤੁਸੀਂ ਜਿਹੜੇ ਬਾਹਰ ਸਰੀਰ ਹਨ ਉਹਨਾਂ ਦੇ ਨਾਲ ਆਪਣਾ ਤਾਦਾਤਮ ਜੋੜ ਲੈਂਦੇ ਹੋ, ਮੇਰਾ ਹੈ, ਆਪਣਾ ਹੈ। ਇਹ ਆਪਣੇ ਹਨ, ਫਿਰ ਕੁਛ ਪਰਾਏ ਵੀ ਹਨ, ਤੇ ਪਰਾਇਆਂ ਕੋ ਬਚ ਕੇ ਰਹਿਣਾ ਹੈ ਤੇ ਆਪਣਿਆਂ ਨੂੰ ਜੋੜ ਕੇ ਰੱਖਣਾ ਹੈ। ਤੇ ਆਪਣਿਆਂ ਬਾਰੇ ਤੁਸੀਂ ਸੋਚਦੇ ਰਹਿੰਦੇ ਹੋ, ਤੇ ਇੱਥੇ ਮੇਰਾ ਤੇਰਾ ਹੈ ਥੋੜੀ ਕੋਈ। ਮੇਰੀ ਮੇਰੀ ਕੈਰੋ ਕਰਤੇ ਦੁਰਯੋਧਨ ਸੇ ਪਾਈ, 12 योजन छत्र चले था यही ਗਿਰਜਨ ਖਾਈ। ਇਹ ਉਪਦੇਸ਼ ਐਵੇਂ ਥੋੜੀ ਲਿਖੇ ਹੋਏ ਆ ਵੀ ਉਹਨਾਂ ਦੇ ਇੰਨੇ ਭਰਾ ਸੀ ਤੇ ਅੰਤ ਸਮੇਂ ਕੋਈ ਸੰਸਕਾਰ ਕਰਨ ਵਾਲਾ ਵੀ ਨਾ ਮਿਲਿਆ। ਤੇ ਇਹ ਸੰਸਕਾਰ ਕਰਨ ਵਾਲੇ ਮਿਲ ਵੀ ਜਾਣ ਤਾਂ ਵੀ ਕੀ ਆ, ਚੱਕ ਕੇ ਕਰ ਦੇਣਗੇ, ਅੰਤਿਮ ਕਿਰਿਆ ਕਰ ਦੇਣਗੇ, ਕੋਈ ਨਾ ਕੋਈ ਕਰ ਦੂਗਾ, ਉਹਦਾ ਤੇ ਕੋਈ ਗੱਲ ਨਹੀਂ, ਹੋ ਹੀ ਜਾਂਦੀ। ਪਰ ਮੇਰੀ 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 ਧਾਰ ਬੰਧਨ ਬੰਧਿਆ, ਤੁਸੀਂ ਬੰਧਨ ਦੇ ਵਿੱਚ ਪੈ ਗਏ। ਮੇਰੀ ਹੈ, ਮੇਰਾ ਹੈ, ਆਪਣਾ ਹੈ, ਆਪਣਾ ਨਹੀਂ ਹੈ ਇੱਥੇ ਕੁਛ ਵੀ। ਇਹ ਤੇ ਇਉਂ ਹੈ ਜਿਵੇਂ ਇੱਕ ਦਰਖਤ ਦੇ ਉੱਪਰ ਕੁਛ ਪੰਛੀ ਇਕੱਠੇ ਹੋ ਕੇ ਬੈਠ ਗਏ। ਦਰਖਤ ਦੇ ਹੇਠ ਉੱਪਰ ਇੱਕ ਪੰਛੀ ਸਾਰੇ ਇਕੱਠੇ ਹੋ ਕੇ ਬੈਠ ਗਏ, ਤੇ ਹੁਣ ਉਹ ਦਰਖਤ ਦੇ ਉੱਪਰ ਬੈਠੇ ਹਨ। ਕੋਈ ਕਿਦੋਂ ਆਇਆ, ਕੋਈ ਕਿਧਰੋਂ ਆਇਆ, ਅਲੱਗ ਅਲੱਗ ਟਾਹਣੀਆਂ ਤੇ ਬੈਠੇ ਹਨ। ਟਾਹਣੀਆਂ ਵੀ ਲਹਿਦਾ ਲਹਿਦਾ ਹੀ ਹੈ, ਕਿਉਂਕਿ ਸਰੋਤ ਲਹਿਦਾ ਲਹਿਦਾ, ਥੱਲੋਂ ਭਾਵੇਂ ਇੱਕੋ ਹੀ ਹੈ, ਉੱਪਰ ਤੇ ਲਹਿਦਾ ਲਹਿਦਾ ਹੀ ਹਨ। ਇੱਕ ਦਰਖਤ ਤੇ ਬੈਠ ਗਏ ਪਰਿਵਾਰ ਦੇ ਮੈਂਬਰ ਤੁਹਾਡੇ, ਤੇ ਆਪਣਾ ਤੇ ਇੱਥੇ ਥੋੜ੍ਹੀ ਹੈ। ਜਦੋਂ ਬੁਲਾਵਾ ਆਉਣਾ ਹੈ ਤੇ ਆਪਣੇ ਆਪਣੇ ਢੰਗ ਨਾਲ ਸਾਰਿਆਂ ਨੇ ਉਡਾਰੀਆਂ ਮਾਰ ਜਾਣੀ, ਤਿੱਤਰ ਹੋ ਜਾਣਾ। ਫਿਰ ਤੇ ਫਿਰ ਪੰਛੀ ਅਕੇਲਾ ਹੀ ਜਾਂਦਾ। ਤੇ ਇਕੱਠੇ ਹੋ ਗਏ ਤੁਸੀਂ, ਇੱਕ ਧਰਮਸ਼ਾਲਾ ਹੈ ਨੂੰ ਕਿਹਾ ਸੰਸਾਰ, ਤੇ ਇੱਥੇ ਆਏ ਤੁਸੀਂ, ਰਹਿਣਾ ਸ਼ੁਰੂ ਕਰ ਦਿੱਤਾ। 4 ਦਿਨ ਰਹਿਣਾ ਹੈ, ਮੇਲਾ ਗੇਲਾ ਦੇਖਣਾ। ਕਬੀਰ ਜੀ ਨੇ ਕਿਹਾ ਨਾ, ਸ਼ਹਿਰ ਮੇਲਾ ਦਸਤਗੀਰੀ ਨਾ, ਵੀ ਸ਼ਹਿਰ ਮੇਲਾ ਦੇਖੋ। ਤੇ ਆਪਣਾ ਥੋੜ੍ਹੀ ਹੈ ਤੁਹਾਡਾ ਕੋਈ, ਤੁਸੀਂ ਆਪਣਾ ਸਮਝ ਲੈਂਦੇ ਹੋ। ਕਬੀਰ ਜੀ ਪਰਿਵਾਰ ਦੇ ਵਿੱਚ ਰਹਿ ਕੇ ਕਹਿ ਰਹੇ ਹਨ, ਹਮਰਾ ਕੋ ਨਾਹੀ ਹਮ ਕਿਸਹੂ ਕੇ ਨਾਹੀ, ਜਿਨੇ ਇਹ ਰਚਨ ਰਚਾਇਆ ਤਿਸ ਹੀ ਮਾਹਿ ਸਮਾਏ। ਉਹ ਵੀ ਪਰਿਵਾਰ 'ਚ ਰਹਿ ਰਹੇ ਹਨ, ਪਰ ਸਮਝ ਨਹੀਂ ਰਹੇ ਹਨ। ਅੰਦਰੋਂ ਅੰਦਰੋਂ ਅਟੈਚਮੈਂਟ ਨਹੀਂ ਹੈ, ਜੋੜ ਨਹੀਂ ਹੈ। ਜਿਵੇਂ ਇਵੇਂ ਸਮਝ ਲਓ ਤੁਸੀਂ ਕਿਸੇ ਧਰਮਸ਼ਾਲਾ 'ਚ ਤੁਸੀਂ ਕੁਝ ਦਿਨ ਜਾ ਕੇ ਰਹੋ, ਜਾਂ ਆਸ਼ਰਮਾਂ ਦੇ ਵਿੱਚ ਰਹਿੰਦੇ ਹਨ ਕਈ, ਜਾਂ ਪੁਰਾਣੇ ਸਮਿਆਂ ਦੇ ਵਿੱਚ ਵੀ ਗੁਰੂਆਂ ਦੇ ਕੋਲ, ਫਕੀਰਾਂ ਦੇ ਕੋਲ ਰਹਿੰਦੇ ਸਨ। ਤੇ ਉਹਨਾਂ ਦਾ ਬਾਹਰੋਂ ਰਿਸ਼ਤਾ ਥੋੜ੍ਹੀ ਹੁੰਦਾ ਸੀ ਕੋਈ ਸਰੀਰਕ, ਫਿਰ ਵੀ ਉਹ ਇਕੱਠੇ ਰਹਿੰਦੇ ਹੀ ਸਨ ਨਾ। ਤੇ ਜਿਹੜੇ ਪ੍ਰੇਮ ਕਰਨ ਵਾਲੇ ਸਨ ਉਹ ਬੜੇ ਪਿਆਰ ਨਾਲ ਰਹਿੰਦੇ ਸਨ। ਜ਼ਿਆਦਾ ਸਗੋਂ ਵਧੀਆ ਪ੍ਰੇਮ ਹੁੰਦਾ ਹੈ ਅੰਦਰੋਂ, ਕੋਈ ਬਾਹਰੋਂ ਸੰਬੰਧ ਨਾ ਹੋਵੇ, ਹੁੰਦਾ ਹੀ ਵਾਸਤਵਿਕ ਪ੍ਰੇਮ ਉਹੀ। ਪ੍ਰੇਮ ਬਾਹਰੋਂ ਸੰਬੰਧ ਨੂੰ ਪ੍ਰੇਮ ਥੋੜ੍ਹੀ ਕਹਿੰਦੇ ਹਨ, ਅੰਦਰੋਂ ਸੰਬੰਧ ਨੂੰ। ਇੱਦਾਂ ਹੀ ਗੁਰੂ ਸ਼ਿਸ਼ ਦਾ ਸੰਬੰਧ ਅੰਦਰੋਂ ਹੁੰਦਾ ਹੈ, ਸਰੀਰਕ ਥੋੜ੍ਹੀ ਹੁੰਦਾ ਹੈ ਕੋਈ ਰਿਸ਼ਤਾ, ਅੰਦਰੋਂ ਹੁੰਦਾ ਹੈ। ਗੁਰੂ ਦਾ ਅਰਥ ਵੀ ਇਹੋ ਹੀ ਹੁੰਦਾ ਹੈ। ਦਰਅਸਲ ਗੁਰੂ ਸ਼ਬਦ ਇਕੱਲੇ ਤੋਂ ਨਹੀਂ ਬਣਦਾ ਹੈ, ਸ਼ਿਸ਼ ਤੇ ਗੁਰੂ ਤੋਂ ਦੋਵਾਂ ਤੋਂ ਇਹ ਸ਼ਬਦ ਬਣਦਾ ਹੈ। ਗੂ ਕਹੀਏ ਹਨੇਰਾ, ਸ਼ਿਸ਼ ਹਨੇਰੇ 'ਚ ਖੜਾ ਹੈ, ਤੇ ਰੂਹ ਕਹੀਏ ਪ੍ਰਕਾਸ਼, ਗੁਰੂ ਪ੍ਰਕਾਸ਼ 'ਚ ਖੜਾ ਹੈ, ਤੇ ਸ਼ਿਸ਼ ਨੂੰ ਪੁਕਾਰ ਰਿਹਾ ਹੈ
ਵੀ ਤੂੰ ਵੀ ਪ੍ਰਕਾਸ਼ ਵੱਲ ਆ ਜਾ। ਤੇ ਜਦੋਂ ਸ਼ਿਸ਼ ਪ੍ਰਕਾਸ਼ ਵੱਲ ਨੂੰ ਆਉਂਦਾ ਹੈ ਨਾ, ਗੁਰੂ ਦਾ ਕਹਿਣਾ ਮੰਨਦਾ, ਗੁਰੂ ਦੀ ਅੱਖ ਦੁਆਰਾ ਥੋੜ੍ਹਾ ਜਿਹਾ ਦੇਖਦਾ ਹੈ ਵੀ ਹੈ ਤੇ ਹਨੇਰਾ ਹੀ ਸੰਸਾਰ, ਅੰਧਕਾਰ ਹੀ ਹੈ, ਤੇ ਥੋੜ੍ਹਾ ਜਿਹਾ ਖਿਆਲ ਆਉਂਦਾ ਹੈ ਉਹਨੂੰ। ਵਾਸਤਵਿਕ ਖਿਆਲ ਵੀ ਤਾਂ ਹੀ ਆਉਂਦਾ ਹੈ, ਪ੍ਰੇਮ ਹੋਵੇ ਤਾਂ ਹੀ ਗੁਰੂ ਦੀ ਕਹਿਣਾ ਮੰਨਦਾ ਹੈ ਨਾ ਸ਼ਿਸ਼। ਤੇ ਸ਼ਿਸ਼ ਫਿਰ ਉਨਮੁਖ ਹੁੰਦਾ ਹੈ ਗੁਰੂ ਵੱਲ ਨੂੰ, ਗੁਰਮੁਖ ਹੋ ਜਾਂਦਾ ਹੈ, ਫਿਰ ਗੁਰੂ ਸ਼ਬਦ ਬਣਦਾ। ਹੁਣ ਇਕੱਲਾ ਕੋਈ ਪ੍ਰਭੂ ਦਾ ਪਿਆਰਾ ਬੈਠਾ ਹੈ, ਹੋ ਸਕਦਾ ਜਾਗਰਤ ਵੀ ਪੁਰਸ਼ ਵੀ ਹੋਵੇ, ਬਹੁਤੇ ਹੋਏ ਹਨ, ਪਰ ਉਹ ਗੁਰੂ ਨਹੀਂ ਹੋਏ ਹਨ, ਕਿਉਂਕਿ ਸ਼ਿਸ਼ ਤੋਂ ਬਗੈਰ ਗੁਰੂ ਕਿਵੇਂ ਹੋਵੇਗਾ। ਗੁਰੂ ਹੋਣ ਵਾਸਤੇ ਸ਼ਿਸ਼ ਹੋਣਾ ਜ਼ਰੂਰੀ ਹੈ, ਜਿਵੇਂ ਮਾਂ ਬਣਨ ਵਾਸਤੇ ਬੱਚਾ ਹੋਣਾ ਜ਼ਰੂਰੀ ਹੈ। ਬਿਨਾਂ ਬੱਚੇ ਤੋਂ ਮਾਂ ਕਿਵੇਂ ਹੋਵੇਗੀ? ਉਧਾਰ ਲਵੇਗੀ ਬੱਚਾ ਤਾਂ ਵੀ ਮਾਂ ਥੋੜ੍ਹੀ ਹੋ ਸਕਦੀ। ਤੇ ਸ਼ਿਸ਼ ਦੁਆਰਾ ਗੁਰੂ ਬਣਦਾ ਹੈ, ਸ਼ਿਸ਼ ਗੁਰੂ ਨੂੰ ਬਣਾਉਂਦਾ ਹੈ, ਕਿਉਂਕਿ ਗੁਰੂ ਕਹਿੰਦਾ ਹੈ ਤਾਂ ਬਣਦਾ ਹੈ। ਗੁਰੂ ਆਪਣੇ ਆਪ ਕੁਛ ਨਹੀਂ ਬਣਦਾ ਹੈ, ਸ਼ਿਸ਼ ਬਣਾਉਂਦਾ ਹੈ। ਸ਼ਿਸ਼ ਦੀ ਸ਼ਰਧਾ ਭਾਵਨਾ ਬਣਾਉਂਦੀ ਹੈ। ਜਦੋਂ ਉਹ ਗੁਰੂ ਵੱਲ ਦੇਖਦਾ ਹੈ, ਉਪਦੇਸ਼ ਸੁਣਦਾ ਹੈ, ਸਮਝਦਾ ਹੈ, ਤਾਂ ਉਹਨਾਂ 'ਤੇ ਅਮਲ ਕਰਦਾ ਹੈ ਤੇ ਪ੍ਰਕਾਸ਼ ਵੱਲ ਨੂੰ ਆਉਂਦਾ ਧੀਰੇ ਧੀਰੇ। ਤੇ ਸ਼ਿਸ਼ ਬਣਾਉਂਦਾ ਹੈ ਗੁਰੂ ਨੂੰ। ਦਰਅਸਲ ਗੁਰੂ ਕਹਾ ਕੇ ਕੋਈ ਗੁਰੂ ਨਹੀਂ ਬਣ ਸਕਦਾ। ਬਹੁਤੇ ਕਹਾਉਂਦੇ ਹਨ ਮੈਨੂੰ ਗੁਰੂ ਕਹੋ, ਕਈ ਕਹਿੰਦੇ ਹਨ ਇੰਨੇ ਸਾਡੇ ਸ਼ਿਸ਼ ਹਨ। ਮੈਂ ਨਹੀਂ ਕਦੇ ਕਿਹਾ ਹੈ ਕਿਸੇ ਨੂੰ ਵੀ ਮੇਰਾ ਇਹ ਸ਼ਿਸ਼ ਹੈ, ਇਹ ਦਾਸ ਹੈ, ਕਿਉਂਕਿ ਮੈਂ ਦੇਖਦਾ ਨਹੀਂ ਹਾਂ ਕਿਸੇ ਨੂੰ। ਇਹ ਵੀ ਗੱਲ ਥੋੜ੍ਹੀ ਜਿਹੀ ਖਿਆਲ ਵਿੱਚ ਰੱਖਿਓ। ਮੈਂ ਤੁਹਾਨੂੰ ਆਪਣਾ ਹੀ ਰੂਪ ਦੇਖਦਾ ਹਾਂ ਅੰਦਰੋਂ, ਇਸ ਕਰਕੇ ਮੈਂ ਕਿਸੇ ਨੂੰ ਸ਼ਿਸ਼ ਨਹੀਂ ਕਹਿੰਦਾ, ਕਹਿ ਵੀ ਨਹੀਂ ਸਕਦਾ। ਤੁਸੀਂ ਮੇਰੇ ਤੋਂ ਛੋਟੇ ਨਹੀਂ ਹੋ, ਤੁਸੀਂ ਮੇਰੇ ਹੀ ਵਰਗੇ ਹੋ। ਆਪਾਂ ਇੱਕੋ ਜਿਹੇ ਹੀ ਹਾਂ ਸਾਰੇ ਅੰਦਰੋਂ। ਹਾਂ, ਬਾਹਰੋਂ ਤੁਸੀਂ ਅਲੱਗ ਅਲੱਗ ਹੋ, ਜੁੜੇ ਹੋਏ। ਜੋ ਉਹ ਜੋੜ ਤੁਹਾਡਾ ਟੁੱਟ ਜਾਵੇਗਾ, ਫਿਰ ਤੁਸੀਂ ਜਾਣੋਗੇ ਵੀ ਅੰਦਰੋਂ ਆਪਾਂ ਇੱਕੋ ਹੀ ਹਾਂ। ਤੇ ਉਦੋਂ ਏਕਤਾ ਹੁੰਦੀ ਹੈ ਅੰਦਰੋਂ। ਤੇ ਤੁਸੀਂ ਦੇਖਦੇ ਹੋ ਬਾਹਰੋਂ ਹੀ ਸੁਣ ਰਹੇ ਹੋ, ਇਸ ਕਰਕੇ ਬਾਹਰੀ ਸੰਬੰਧ ਬਣਾਉਂਦੇ ਹੋ। ਤੇ ਤੁਹਾਡੀ ਦ੍ਰਿਸ਼ਟੀ ਦੇ ਵਿੱਚ ਅਲੱਗਾ ਅਲੱਗਾ ਹੋਵੇਗਾ ਮੇਰਾ ਭਾਵ, ਅਲੱਗਾ ਅਲੱਗਾ ਤੁਸੀਂ ਸੁਣ ਰਹੇ ਹੋ, ਇਸ ਕਰਕੇ ਅਸਰ ਵੀ ਅਲੱਗਾ ਅਲੱਗਾ ਹੋਵੇਗਾ, ਕਿਉਂਕਿ ਭਾਵ ਤੁਹਾਡਾ ਅਲੱਗਾ ਅਲੱਗਾ ਹੋਵੇਗਾ ਮੇਰੇ ਪ੍ਰਤੀ। ਜੈਸਾ ਭਾਵ ਹੋਵੇਗਾ ਵੈਸਾ ਹੀ ਤੁਸੀਂ ਸਮਝੋਗੇ, ਤੇ ਵੈਸਾ ਹੀ ਸਮਝ ਰਹੇ ਹਨ। ਖਿਆਲ ਵਿੱਚ ਰੱਖਿਓ, ਜੈਸਾ ਤੁਹਾਡਾ ਭਾਵ ਹੋਵੇਗਾ ਵੈਸੇ ਢੰਗ ਦੇ ਨਾਲ ਤੁਸੀਂ ਸੁਣੋਗੇ, ਤੇ ਵੈਸਾ ਹੀ ਤੁਸੀਂ ਸਮਝੋਗੇ। ਤੇ ਇਸ ਕਰਕੇ ਅਲੱਗਾ ਅਲੱਗਾ ਸੁਣਨ ਵਾਲਿਆਂ ਦੇ ਭਾਵ, ਤੇ ਤੁਹਾਡੀ ਦ੍ਰਿਸ਼ਟੀ ਅਲੱਗਾ ਅਲੱਗਾ ਹੈ। ਤੁਸੀਂ ਬਾਹਰੋਂ ਦੇਖਦੇ ਹੋ, ਬਾਹਰੋਂ ਸੁਣਦੇ ਹੋ, ਬਾਹਰੋਂ ਹੀ ਸਮਝਦੇ ਹੋ, ਵਿਚਾਰਦੇ ਹੋ ਬੁੱਧੀ ਦੁਆਰਾ ਵੀ ਬੰਦਾ ਕੈਸਾ ਹੈ, ਕੈਸੀਆਂ ਗੱਲਾਂ ਕਰਦਾ ਹੈ, ਕਿਹੋ ਜਿਹਾ ਹੋ ਸਕਦਾ ਹੈ। ਤੁਸੀਂ ਸੋਚ ਸੋਚ ਕੇ ਨਿਰਣੈ ਲੈਂਦੇ ਹੋ ਮੇਰੇ ਬਾਬਤ, ਸੋਚ ਕੇ ਲੈਂਦੇ ਹਨ ਨਾ ਸਾਰੇ, ਵੀ ਇਹਦਾ ਦਿਮਾਗ ਜ਼ਿਆਦਾ ਹੋਊਗਾ ਕਿ ਕੀ ਕਾਰਨ ਹੋਊਗਾ। ਕਈ ਬੜੇ ਸੋਚਦੇ ਰਹਿੰਦੇ ਹਨ, ਤੇ ਉਹ ਸੋਚਦੇ ਤੇ ਬੁੱਧੀ ਦੁਆਰਾ ਹੀ, ਤੇ ਬੁੱਧੀ ਦੁਆਰਾ ਨਿਰਣੇ ਲੈਂਦੇ ਹਨ ਤੇ ਸੰਬੰਧ ਜੋੜਦੇ ਹਨ।
ਤੇ ਪਹਿਲਾਂ ਬਾਹਰੋਂ ਸੰਬੰਧ ਜੋੜਦੇ ਹੋ ਤੁਸੀਂ ਸਾਰੇ, ਤੇ ਬਾਹਰੋਂ ਸਾਰਿਆਂ ਵਾਸਤੇ ਅਲੱਗਾ ਹੋਵੇਗਾ। ਪਰ ਜਿਹੜਾ ਬਾਹਰੋਂ ਸੰਬੰਧ ਹੀ ਜੋੜ ਰੱਖਦਾ ਹੈ ਨਾ ਗੁਰੂ ਦੇ ਨਾਲ, ਉਹ ਸੰਸਾਰਿਕ ਸੰਬੰਧ ਦੁਆਰਾ ਹੀ ਸੰਬੰਧਿਤ ਰਹਿੰਦਾ ਹੈ। ਉਹ ਗੁਰੂ ਨੂੰ ਪਾ ਨਹੀਂ ਸਕਦਾ, ਗੁਰੂ ਦੀ ਆਤਮਾ ਨੂੰ ਨਹੀਂ ਪਾ ਸਕਦਾ, ਕਿਉਂਕਿ ਉਹ ਬਾਹਰ ਹੀ ਸੰਬੰਧ, ਦੇਹ ਦੇ ਨਾਲ ਸੰਬੰਧ, ਜਿਵੇਂ ਸਰੀਰ ਦੇ ਨਾਲ ਤੁਹਾਡੇ ਸਰੀਰਾਂ ਦਾ ਸੰਬੰਧ ਹਨ। ਸੰਸਾਰ ਦੇ ਵਿੱਚ ਰਿਸ਼ਤਾ ਹੈ, ਕੋਈ ਬੇਟਾ ਹੈ, ਕੋਈ ਬੇਟੀ ਹੈ, ਕੋਈ ਪਤਨੀ ਹੈ, ਕੋਈ ਪਤੀ ਹੈ, ਕੋਈ ਮਾਂ ਹੈ, ਕੋਈ ਪੇ ਹੈ, ਭਰਾ ਹੈ, ਸਾਰੇ ਬਾਹਰੋਂ ਹੈ ਨਾ ਸਰੀਰਕ ਸੰਬੰਧ। ਇੱਦਾਂ ਫਿਰ ਸਰੀਰਕ ਹੋ ਗਈ, ਬਾਹਰੋਂ ਕੋਈ ਜੋੜ ਲਿਆ। ਤੇ ਬਾਹਰ ਦਾ ਸੰਬੰਧ ਜਿਹੜਾ ਹੈ ਨਾ, ਉਹ ਕਿਵੇਂ ਟੁੱਟਦਾ ਹੈ? ਫਿਰ ਦੂਸਰੀ ਗੱਲ ਇੱਕ ਹੋਰ ਖਿਆਲ ਵਿੱਚ ਰੱਖਣ ਯੋਗ ਹੈ, ਕਿ ਜਿਹੜਾ ਵੀ ਕੋਈ ਸੰਬੰਧ ਬਣਾਵੇਗਾ ਹੈ ਨਾ, ਭਾਵੇਂ ਉਹ ਕਿਸੇ ਮੂਰਤੀ ਨਾਲ ਬਣਾ ਰਿਹਾ ਹੈ, ਕਿਸੇ ਜਗ੍ਹਾ ਨਾਲ ਬਣਾ ਰਿਹਾ ਹੈ, ਜਾਂ ਈਸਾਈ ਕਰਾਸ ਨਾਲ ਬਣਾਉਂਦੇ ਹਨ, ਇਸਲਾਮ ਜਗਤ ਦੇ ਵਿੱਚ ਵੀ ਬਣ ਰਿਹਾ ਹੈ, ਪਰ ਸਾਰੇ ਬਾਹਰ ਹੀ ਹਨ। ਸਿੱਖ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਬਾਹਰੋਂ ਹੀ ਸੰਬੰਧ ਬਣਾਉਂਦੇ ਹਨ, ਉਹਨੂੰ ਦੇਹ ਹੀ ਸਮਝ ਰਹੇ ਹਨ। ਕਹਿੰਦੇ ਵੀ ਹਨ ਪ੍ਰਗਟ ਗੁਰਾਂ ਕੀ ਦੇਹ, ਦੇਹ ਮਤਲਬ ਸਰੀਰ, ਇਸ ਕਰਕੇ ਭੋਗ ਵੀ ਲਵਾਉਂਦੇ ਹਨ ਤੇ ਸਰੀਰ ਦੀ ਤਰ੍ਹਾਂ ਹੀ ਪੂਜਾ ਕਰ ਰਹੇ ਹਨ। ਸਰੀਰ ਜਿਵੇਂ ਖੁਸ਼ ਕਰਨਾ ਹੁੰਦਾ, ਗੁਰੂ ਬੈਠਾ ਹੁੰਦਾ ਸਾਹਮਣੇ, ਉੱਦਾਂ ਹੀ ਉਹ ਖੁਸ਼ ਕਰਦੇ ਹਨ ਤੇ ਸਰੀਰ ਦੇ ਢੰਗ ਨਾਲ ਹੀ ਦੇਖਦੇ ਹਨ। ਨਹੀਂ ਆਕਾਰ ਆਪਣੇ ਕੋਲੋਂ ਕਈ ਆਰੋਪਿਤ ਕਰ ਲੈਂਦੇ ਹਨ, ਜਿਹੜੇ ਫੋਟੋਆਂ ਵਿੱਚ ਦੇਖੇ ਹੋਏ ਹਨ, ਤੇ ਉਹ ਵੀ ਆਕਾਰ ਤੁਹਾਡੇ ਹਨ। ਤੇ ਬਾਹਰ ਆਕਾਰ ਦੇ ਨਾਲ ਜੁੜ ਗਏ, ਸਰੀਰ ਦੇ ਨਾਲ ਜੁੜ ਗਏ, ਫਿਰ ਸਰੀਰ ਦੇ ਨਾਲ ਜੁੜੇ ਤੇ ਸਥਾਨਾਂ ਦੇ ਨਾਲ ਜੁੜ ਗਏ, ਇਤਿਹਾਸ ਦੇ ਨਾਲ ਜੁੜ ਗਏ, ਸੰਸਾਰ ਦੇ ਨਾਲ ਜੁੜ ਗਏ। ਗੁਰੂ ਦੀ ਆਤਮਾ ਨਾਲ ਜੁੜਨਾ ਹੈ। ਉਪਦੇਸ਼ ਦੁਆਰਾ ਗੁਰੂ ਦੀ ਆਤਮਾ ਨਾਲ ਜੁੜਿਆ ਜਾਂਦਾ ਹੈ, ਇਹੋ ਹੀ ਫਰਕ ਹੋਵੇਗਾ। ਹੁਣ ਉਪਦੇਸ਼ ਦੁਆਰਾ ਵੀ ਸਿੱਖ ਉਸ ਆਤਮਾ ਨਾਲ ਨਹੀਂ ਜੁੜ ਸਕਦੇ ਹਨ, ਕਿਉਂਕਿ ਇਹ ਬਾਹਰੋਂ ਸੰਬੰਧ ਤੋੜਨਗੇ ਜਿਹੜਾ ਸਰੀਰ ਦਾ ਹੈ, ਤਾਂ ਗੁਰੂ ਦੀ ਆਤਮਾ ਨਾਲ ਜੁੜਨਗੇ। ਤੇ ਜਿਹੜਾ ਵਾਸਤਵਿਕ ਦੇ ਵਿੱਚ ਮੌਜੂਦ ਹੈ ਸਾਹਮਣੇ, ਉਹ ਤੁਹਾਡਾ ਸੰਬੰਧ ਬਾਹਰ ਸਰੀਰ ਦੇ ਨਾਲ ਨਹੀਂ ਬਣ ਦੇਵੇਗਾ, ਇਹੋ ਹੀ ਫਰਕ ਹੋਵੇਗਾ। ਉਹ ਇਸ ਢੰਗ ਦੇ ਨਾਲ ਚੋਟ ਵੀ ਕਰਦਾ ਰਹੇਗਾ, ਤੁਹਾਨੂੰ ਆਕਰਸ਼ਿਤ ਵੀ ਕਰਦਾ ਰਹੇਗਾ, ਉਹਦਾ ਦੋਹਰਾ ਕੰਮ ਹੁੰਦਾ ਹੈ, ਬੜਾ ਹੀ ਪਿਆਰਾ ਹੁੰਦਾ ਹੈ। ਜਿਵੇਂ ਘੜਾ ਬਣਾਉਣ ਵਾਲੇ ਕੁਮਾਰ ਦਾ ਹੁੰਦਾ ਹੈ ਨਾ ਕੰਮ, ਵੀ ਇੱਕ ਹੱਥ ਅੰਦਰ ਰੱਖਦਾ ਹੈ ਕੁਮਾਰ ਜਦੋਂ ਘੜਾ ਬਣਦਾ ਹੈ, ਤੇ ਇੱਕ ਹੱਥ ਦੇ ਨਾਲ ਚੋਟ ਕਰਦਾ ਰਹਿੰਦਾ ਹੈ, ਤੇ ਘੜੇ ਦੀ ਦੀਵਾਰ ਬਣਦੀ, ਦੋਵਾਂ ਹੱਥਾਂ ਦੇ ਨਾਲ ਬਣਾਉਂਦਾ ਹੈ। ਇੱਦਾਂ ਹੀ ਗੁਰੂ ਸਿੱਖ ਦਾ ਸੰਬੰਧ ਹੈ, ਬਾਹਰੋਂ ਉਹ ਚੋਟ ਕਰਦਾ ਰਹਿੰਦਾ ਹੈ ਵੀ ਬਾਹਰੋਂ ਉਹਨੂੰ ਤੋੜਨਾ ਹੈ, ਅੰਦਰੋਂ ਖਿੱਚਦਾ ਰਹਿੰਦਾ ਹੈ, ਅੰਦਰੋਂ ਉਹਨੂੰ ਜੋੜਨਾ ਹੈ। ਰੂਹ, ਗੁਰੂ ਰੂਹ ਕਹੀਏ, ਉਹ ਆਪਣੇ ਰੂਹ ਦੇ ਨਾਲ ਜੋੜਦਾ ਹੈ, ਚੇਤਨਾ ਦੇ ਨਾਲ ਜੋੜਦਾ ਹੈ, ਪ੍ਰਕਾਸ਼ ਦੇ ਨਾਲ ਜੋੜਦਾ ਹੈ, ਹਨੇਰੇ 'ਚ ਕੱਢ ਕੇ ਲਿਆਉਂਦਾ। ਤੇ ਹਨੇਰੇ 'ਚ ਤੁਸੀਂ ਦੇਖ ਰਹੇ ਹੋ ਜੋ ਕੁਛ ਦੇਖਦੇ ਹੋ, ਇਹ ਵਾਸਤਵਿਕ ਥੋੜ੍ਹੀ, ਇਹਦੇ ਨਾਲ ਹੀ ਜੁੜ ਰਹੇ ਹੋ। ਤੇ ਧਾਰਮਿਕ ਲੋਕ ਵੀ ਜ਼ਿਆਦਾਤਰ
ਬਾਹਰ ਹੀ ਜੁੜ ਰਹੇ ਹਨ, ਆਕਾਰ ਦੇ ਨਾਲ ਹੀ ਜੁੜ ਰਹੇ ਹਨ। ਭਾਵੇਂ ਕਿਸੇ ਵੀ ਧਰਮ ਦੇ ਹੋਣ, ਕੋਈ ਮੂਰਤੀ ਨਾਲ ਜੁੜਦਾ ਹੈ, ਕੋਈ ਸਥਾਨ ਨਾਲ ਜੁੜ ਰਿਹਾ ਹੈ, ਜਗ੍ਹਾ ਨਾਲ ਜੁੜ ਰਿਹਾ ਹੈ, ਸਾਰੇ ਜੁੜ ਬਾਹਰ ਹੀ ਰਹੇ। ਜਿਵੇਂ ਤੁਸੀਂ ਪਰਿਵਾਰ ਨਾਲ ਜੁੜ ਰਹੇ ਹੋ, ਇੱਦਾਂ ਹੀ ਕਈ ਧਾਰਮਿਕ ਲੋਕ ਗੁਰਦੁਆਰਿਆਂ ਨਾਲ ਜੁੜ ਜਾਂਦੇ ਹਨ, ਮੰਦਿਰਾਂ ਨਾਲ ਜੁੜ ਜਾਂਦੇ ਹਨ, ਡੇਰਿਆਂ ਨਾਲ ਜੁੜ ਜਾਂਦੇ ਹਨ। ਮੋਹ ਉਹੋ ਹੀ ਹੁੰਦਾ ਹੈ। ਉੱਦਾਂ ਹੀ ਉਹ ਸਾਧੂ ਮਹਾਤਮਾ ਨਾਲ ਮੋਹ ਪਾ ਲੈਂਦੇ। ਸਾਡੇ ਬਾਬਾ ਜੀ ਬਾਹਰੋਂ ਤਾਂ ਉੱਦਾਂ ਹੀ ਆਦਰ ਮਾਣ ਕਰਦੇ ਰਹਿੰਦੇ ਹਨ, ਤਾਂ ਉਹ ਵੀ ਫੁਸਲਾਉਂਦੇ ਰਹਿੰਦੇ ਹਨ, ਭਰਮਾਉਂਦੇ ਰਹਿੰਦੇ ਹਨ, ਉਹਨਾਂ ਦੀ ਉਸਤਤ ਕਰਦੇ ਰਹਿੰਦੇ ਹਨ, ਸਰੋਪਾ ਦਿੰਦੇ ਰਹਿੰਦੇ ਹਨ ਵੀ ਆਪਣੇ ਹਨ, ਆਪਣੇ ਵੱਲ ਰਹਿਣ। ਤਾਂ ਉਹਨਾਂ ਨੂੰ ਉਹਨਾਂ ਦੀ ਲੋੜ ਹੈ ਤੇ ਇੱਕ ਦੂਸਰੇ 'ਤੇ ਪਰਸਪਰ ਨਿਰਭਰ ਹਨ। ਜਿਵੇਂ ਰਾਜਨੀਤਿਕ ਲੋਕ ਤੁਹਾਡੇ 'ਤੇ ਨਿਰਭਰ ਹਨ। ਅਗਰ ਤੁਸੀਂ ਵੋਟ ਹੀ ਨਾ ਪਾਓ ਤਾਂ ਉਹ ਕਿਵੇਂ ਫਿਰ ਕਾਮਯਾਬ ਹੋ। ਇੱਦਾਂ ਹੀ ਸਾਧੂ ਮਹਾਤਮਾ ਧਾਰਮਿਕ ਲੋਕ ਤੇ ਬਾਹਰੋਂ ਮੋਹਗ੍ਰਸਤ ਹੀ ਹਨ, ਤੇ ਤੁਹਾਨੂੰ ਹੀ ਮੋਹਗ੍ਰਸਤ ਹੀ ਬਣਾਉਂਦੇ ਹਨ। ਤੁਹਾਡੀਆਂ ਹੀ ਅਰਦਾਸਾਂ ਕਾਹਦੇ ਵਾਸਤੇ ਕਰ ਰਹੇ ਹਨ? ਕਾਰੋਬਾਰ ਚੱਲਦੇ ਰਹਿਣ, ਘਰ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ। ਇਹ ਸਾਰਾ ਕੁਛ ਜੋ ਹੋ ਰਿਹਾ ਹੈ, ਦਰਅਸਲ ਇਹੋ ਹੀ ਤੁਹਾਡੇ 'ਤੇ ਅਸਰ ਹੋ ਰਿਹਾ ਹੈ। ਬਹੁਤੇ ਪ੍ਰੇਮੀ ਕਥਾਕਾਰਾਂ ਨੂੰ ਸੁਣਦੇ ਰਹਿੰਦੇ ਹਨ, ਉਹਨਾਂ 'ਤੇ ਇਹ ਅਸਰ ਹੋ ਰਿਹਾ ਹੈ। ਉਹ ਇਸੇ ਕਰਕੇ ਮੇਰੀ ਗੱਲ ਸਮਝ ਨਹੀਂ ਪਾ ਰਹੇ ਹਨ, ਕਿਉਂਕਿ ਉਹ ਵਾਰ-ਵਾਰ ਰਿਪੀਟ ਹੋ ਰਹੀ ਹੈ, ਉਹਨਾਂ ਦੇ ਦਿਮਾਗ 'ਚ ਘੁੰਮ ਰਹੀ ਹੈ। ਤਾਂ ਉਹ ਸੋਚਦੇ ਹਨ ਵੀ ਇਹ ਜਿਹੜਾ ਬਾਹਰ ਧਰਮ ਹੈ ਇਹੋ ਹੀ ਧਰਮ ਹੈ। ਨਹੀਂ, ਇਹ ਧਾਰਮਿਕ ਲੋਕ ਤੇ ਸੰਸਾਰਿਕ ਹੀ ਹਨ, ਸੰਸਾਰ ਦੇ ਨਾਲ ਹੀ ਜੁੜੇ ਹੋਏ ਹਨ, ਤੁਹਾਨੂੰ ਵੀ ਜੋੜ ਰਹੇ ਹਨ। ਤੇ ਵਾਸਤਵਿਕ ਧਰਮ ਸ਼ੁਰੂ ਹੁੰਦਾ ਹੈ ਸੰਤੋਖ ਤੋਂ, ਸੰਤੁਸ਼ਟੀ ਤੋਂ। ਉਹ ਜਿਹੜਾ ਪਹਿਲਾ ਉਪਦੇਸ਼ ਹੈ ਬਾਬੇ ਨਾਨਕ ਦਾ, ਬਹੁਤ ਹੀ ਪਿਆਰਾ, ਕਿ ਵਿਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ। ਉਹਦੀ ਰਜਾ ਦੇ ਵਿੱਚ ਰਾਜੀ ਹੋਣਾ, ਇਹੋ ਸੰਤੁਸ਼ਟੀ ਹੈ। ਤੇ ਬਾਹਰੋਂ ਤੁਸੀਂ ਸੰਬੰਧ ਜਿਹੜੇ ਹਨ ਨਾ, ਮੇਰੇ ਦੇ ਨਾ ਬਣਾਓ, ਵਿੱਚ ਰਹੋ, ਦੇਖਦੇ ਰਹੋ ਸਭ ਕੁਛ। ਇਵੇਂ ਰਹੋ ਜਿਵੇਂ ਕਿਹਾ ਹੈ ਨਾ ਇੱਕ ਸਵਈਏ ਦੇ ਵਿੱਚ, ਐਸੋ ਕਰ ਸੰਨਿਆਸਾ ਰੇ ਮਨ, ਐਸੋ ਕਰ ਸੰਨਿਆਸਾ ਬਨਸੇ ਸਦਨ ਸਭੈ ਕਰ, ਸਮਝੋ ਮਨ ਹੀ ਮਾਹੀ ਉਦਾਸ। ਜਿਵੇਂ ਜੰਗਲ ਦੇ ਵਿੱਚ ਰਹਿ ਰਹੇ ਹੋ ਤੁਸੀਂ, ਤੇ ਜੰਗਲ ਦੇ ਵਿੱਚ ਕੁਛ ਆਪਣਾ ਹੈ, ਨਾ ਧਰਤੀ ਆਪਣੀ ਹੈ, ਨਾ ਦਰਖਤ ਆਪਣੇ ਹਨ, ਨਾ ਜਿਹੜੇ ਪੰਛੀ ਉਹਨਾਂ ਉੱਤੇ ਬੋਲ ਰਹੇ ਹਨ ਉਹ ਆਪਣੇ ਹਨ। ਇਹ ਉਪਦੇਸ਼ ਇਹ ਕਹਿ ਰਿਹਾ ਹੈ, ਰਹੋ ਜ਼ਰੂਰ। ਜਿਵੇਂ ਮੈਂ ਕਿਹਾ ਹੈ, ਗੁਰੂਆਂ ਕੋਲ ਰਹਿੰਦੇ ਸਨ ਬਹੁਤ ਸਾਰੇ ਸ਼ਿਸ਼, ਤਾਂ ਉਹਨਾਂ ਦੇ ਬਾਹਰੋਂ ਸੰਬੰਧ ਥੋੜ੍ਹੇ ਹੁੰਦੇ ਸਨ, ਪਰ ਪ੍ਰੇਮ ਨਾਲ ਕਿੰਨੇ ਨਾਲ ਰਹਿੰਦੇ ਸਨ। ਹਾਂ, ਕੁਛ ਘਿਰਣਾ ਵਾਲੇ ਵੀ ਹੁੰਦੇ ਸਨ, ਉਹ ਤੇ ਵੱਖ ਹੈ, ਹਰ ਜਗ੍ਹਾ ਹੀ ਹੁੰਦੇ ਹਨ। ਪਰ ਜਿਹੜੇ ਪ੍ਰੇਮ ਨਾਲ ਰਹਿੰਦੇ ਸਨ ਤੇ ਇੱਕ ਦੂਸਰੇ ਦੇਖਭਾਲ ਵੀ ਕਰਦੇ ਹੀ ਹਨ, ਸਹਿਯੋਗ ਵੀ ਦਿੰਦੇ ਹਨ, ਫਿਰ ਵੀ ਉਹਨਾਂ ਦਾ ਸਰੀਰਕ ਸੰਬੰਧ ਥੋੜ੍ਹੀ ਹੈ ਕੋਈ। ਤੇ ਸਰੀਰਕ ਸੰਬੰਧ ਜਿਹੜਾ ਹੈ ਨਾ, ਉਹਨੂੰ ਘਟਾਓ, ਖਿਆਲ ਰੱਖੋ, ਜ਼ਿਆਦਾ ਨਾ ਸੋਚੋ ਆਪਣਿਆਂ ਬਾਰੇ। ਠੀਕ ਹੈ, ਸਾਰੀ ਜਗ੍ਹਾ ਆਪੋ ਆਪਣੀ, ਪਰਮਾਤਮਾ ਚਲਾ ਰਿਹਾ ਹੈ ਜਿੱਦਾਂ ਚੱਲ ਰਹੇ ਹਨ, ਤਾਂ ਉਹਨਾਂ ਦੇ ਨਾਲ ਲਗਾਓ, ਥੋੜ੍ਹਾ ਜਿਹਾ ਘਟਾਓ। ਬਾਹਰ ਤੇ ਕੰਮ ਕਾਰ ਕਰਦੇ ਰਹੋ ਜੋ ਕੁਛ ਤੁਸੀਂ ਕਰਦੇ ਹੋ। ਜੇ ਕੋਈ ਘਰ ਦਾ ਕਰਦਾ ਰਹੇ, ਕੋਈ ਬਾਹਰ ਦਾ ਕਰਦਾ ਰਹੇ। ਕਾਰੋਬਾਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਪਰ ਸੋਚੋ ਨਾ ਇੱਕ ਦੂਸਰੇ ਬਾਰੇ। ਤੁਸੀਂ ਜਿੰਨਾ ਸੋਚਦੇ ਹੋ ਉਹਨੂੰ ਜੁੜ ਜਾਂਦੇ ਹੋ। ਸੰਸਾਰ ਦੀ ਵਿਚਾਰ ਨਾ ਕਰੋ, ਸੋਚਦੇ ਹੀ ਨਾ ਰਹੋ, ਖਿਆਲ ਰੱਖੋ। ਅਗਰ ਕੋਈ ਬੁਰਾ ਭਲਾ ਵੀ ਕਹਿ ਦਿੰਦਾ ਹੈ ਤੇ ਤਾਂ ਵੀ ਕੋਈ ਨਹੀਂ,
ਉਹਦੀ ਆਪਣੀ ਮੌਜ ਹੈ, ਉਹ ਕਹਿ ਗਿਆ ਸੋ ਕਹਿ ਗਿਆ। ਉਹਦੇ ਕੋ ਜੋ ਰੱਬ ਕਰਵਾ ਰਿਹਾ ਹੈ ਉਹਦੇ ਕੋ ਕਰਵਾ ਰਿਹਾ ਹੈ। ਹਰ ਇੱਕ ਕੋ ਤੁਸੀਂ ਕਹਿੰਦੇ ਹੋ ਨਾ ਵੀ ਹੁਕਮ ਅਨੁਸਾਰ ਹੋ ਰਿਹਾ, ਤੇ ਜਿਹਦੇ ਕੋ ਜੋ ਕਰਾਉਣਾ ਕਰਾ ਹੀ ਰਿਹਾ। ਜਿਹਦੇ ਕੋਲ ਜੋ ਉਹਨਾਂ ਨੇ ਕਰੈਕਟਰ ਨਿਭਾਉਣਾ ਹੈ ਇਹ ਸੰਸਾਰ ਰੂਪੀ ਖੇਲ ਦੇ ਵਿੱਚ, ਤੇ ਉਹ ਕੰਮ ਉਹਦੇ ਕੋ ਕਰਵਾ ਰਿਹਾ ਹੈ, ਤੇ ਉਹ ਕੰਮ ਉਹ ਕਰ ਰਿਹਾ ਹੈ, ਤੋ ਕਰਵਾਉਂਦਾ ਰਹੇਗਾ। ਤੇ ਸਾਰੇ ਹੀ ਆਪਣਾ ਆਪਣਾ ਰੋਲ ਅਦਾ ਕਰਦੇ ਰਹਿਣਗੇ। ਤੇ ਤੁਸੀਂ ਕਿਉਂ ਪਰੇਸ਼ਾਨ ਹੁੰਦੇ ਹੋ? ਤੁਸੀਂ ਧਿਆਨ ਹਟਾਓ ਤੇ ਖਿਆਲ ਕਰੋ। ਸੰਤੋਖ ਦਾ ਅਰਥ ਹੈ ਵੀ ਚਾਹਤ ਛੱਡੋ ਸੰਸਾਰ ਦੀ। ਪਹਿਲਾਂ ਤੇ ਚਾਹਤ ਪੈਦਾ ਹੋ ਰਹੀ ਹੈ ਜਿਸ ਕਾਰਨ, ਉਸ ਕਾਰਨ ਨੂੰ ਛੱਡੋ। ਆਪਣਿਆਂ ਕਾਰਨ ਚਾਹਤ ਪੈਦਾ ਹੋ ਰਹੀ ਹੈ, ਆਪਣੇ ਪਰਿਵਾਰ ਕਾਰਨ। ਆਪਣਾ ਪਰਾਇਆ ਕੋਈ ਨਹੀਂ। ਫਿਰ ਜਿਹੜੀ ਚਾਹਤ ਪੈਦਾ ਹੋ ਰਹੀ ਹੈ, ਸੋਚ ਰਹੇ ਹੋ ਤੁਸੀਂ, ਉਹ ਸੋਚ ਵਿਚਾਰ ਦੀ ਤੁਹਾਡੇ ਅੰਦਰ ਮੈਲ ਜਮਾ ਹੋ ਰਹੀ। ਇਹੋ ਹੀ ਮੈਲ ਹੈ ਨਾ, ਜਨਮ ਜਨਮ ਕਿਸ ਮਨ ਕੋ ਮਨ ਲਾਗੇ ਕਾਲਾ ਹੋਆ ਸੀ। ਤੇ ਮੈਲ ਦੁਆਰਾ ਹੀ ਤੁਸੀਂ ਸੰਸਾਰ ਦੇਖ ਰਹੇ ਹੋ। ਇਸੇ ਕਰਕੇ ਇਹ ਸਭ ਕੁਛ ਤੁਹਾਨੂੰ ਵੈਸਾ ਦਿਖਾਈ ਦੇ ਰਿਹਾ ਹੈ ਜੈਸਾ ਨਹੀਂ ਹੈ, ਕਿਉਂਕਿ ਮੈਲ ਦੁਆਰਾ ਦੇਖ ਰਹੇ ਹੋ। ਤੇ ਜਿਹੜਾ ਜਾਗਰਤ ਪੁਰਸ਼ ਹੈ ਉਹਨੇ ਮੈਲ ਲਾਤੀ ਹੈ, ਉਹਦਾ ਸ਼ੀਸ਼ਾ ਸਾਫ਼ ਹੋ ਗਿਆ। ਉਹ ਜੈਸਾ ਹੈ ਵੈਸਾ ਦੇਖ ਰਿਹਾ ਹੈ। ਤੁਹਾਡੇ ਸ਼ੀਸ਼ੇ ਦੇ ਚਾਰ ਛਪੇਰੇ, ਚੇਤਨਾ ਦੇ ਚਾਰ ਛਪੇਰੇ, ਮਨ ਰੂਪੀ ਮੈਲ ਲੱਗ ਗਈ, ਵਿਚਾਰਾਂ ਰੂਪੀ ਮੈਲ ਲੱਗ ਗਈ। ਇਹਨੂੰ ਹੀ ਆਵਰਣ ਕਿਹਾ ਹੈ, ਇਹਨੂੰ ਹੀ ਪਰਦਾ ਕਿਹਾ ਹੈ। ਤੇ ਇਹਦੇ ਦੁਆਰਾ ਤੁਸੀਂ ਸੰਸਾਰ ਦੇਖ ਰਹੇ ਹੋ। ਮੈਲ ਹੀ ਉਤਾਰਨੀ। ਤੇ ਮੈਲ ਉਤਾਰੀ ਜਾਂਦੀ ਹੈ, ਉਹ ਧੁੱਪ ਹੈ ਨਾਵੇ ਕੇ ਰੰਗ। ਰੰਗ ਪ੍ਰੇਮ ਨਾਲ, ਪ੍ਰੇਮ ਦੁਆਰਾ, ਨਾਮ ਰੂਪੀ ਪ੍ਰੇਮ ਦੁਆਰਾ ਇਹ ਮੈਲ ਰਹਿੰਦੀ ਹੈ। ਜਿਵੇਂ ਸਥੂਲ ਕੱਪੜੇ ਨੂੰ ਲੱਗੀ ਹੋਵੇ ਤੇ ਸਾਬਣ ਦਾ ਲੈਂਦੀ, ਇੱਦਾਂ ਤੁਹਾਡੇ ਅੰਦਰ ਸੂਖਸ਼ਮ ਮੈਲ ਹੈ। ਤੇ ਮੈਲ ਹੈ ਵਿਚਾਰਾਂ ਦੀ। ਫਿਰ ਖਿਆਲ ਕਰੋ, ਤੁਸੀਂ ਸੋਚ ਰਹੇ ਹੋ ਸੰਸਾਰ ਬਾਰੇ। ਇਹੋ ਹੀ ਵਾਰ-ਵਾਰ ਆਹ ਜੋ ਉਪਦੇਸ਼ ਦਿੱਤਾ ਜਾ ਰਿਹਾ ਹੈ, ਰੋਜ਼ ਬੋਲਿਆ ਜਾ ਰਿਹਾ, ਇਸੇ ਕਾਰਨ ਵੀ ਤੁਹਾਡਾ ਧਿਆਨ ਉੱਧਰੋਂ ਹਟੇ, ਇੱਧਰ ਨੂੰ ਲੱਗੇ। ਤੇ ਜਿੰਨਾ ਇੱਧਰ ਨੂੰ ਲੱਗੇਗਾ ਉੱਧਰੋਂ ਹਟੇਗਾ। ਫਿਰ ਇੱਧਰ ਜ਼ਿਆਦਾ ਲੱਗੇਗਾ ਤੇ ਇੱਧਰੋਂ ਹਟਾਵਾਂਗੇ, ਤੁਹਾਡੇ ਅੰਦਰ ਲਾਵਾਂਗੇ। ਐਸੀ ਪ੍ਰਕਿਰਿਆ ਹੋ ਰਹੀ ਹੈ। ਤ੍ਰਿਕੋਣ ਬਣ ਰਿਹਾ ਹੈ। ਇੱਧਰੋਂ ਹਟਾਇਆ ਜਾ ਰਿਹਾ ਹੈ, ਇੱਧਰ ਲਾਇਆ ਜਾ ਰਿਹਾ ਹੈ। ਤੁਸੀਂ ਗੁਰਮੁਖ ਹੋ ਜਾਓਗੇ, ਫਿਰ ਵਾਪਸ ਧਿਆਨ ਤੁਹਾਡੇ ਤੇ ਲਿਜਾਇਆ ਜਾ ਰਿਹਾ ਹੈ, ਤੁਹਾਡੇ ਕੇਂਦਰ ਤੇ। ਧਿਆਨ ਜਿਹੜਾ ਹੈ ਨਾ, ਉਹ ਬਾਹਰੋਂ ਹਟਣਾ ਹੈ ਤੇ ਸੰਤੋਖ ਤੋਂ ਬਿਨਾਂ ਹਟ ਨਹੀਂ ਸਕਦਾ ਹੈ। ਤੇ ਸੁਰਤ ਸ਼ਬਦ ਵਿੱਚ ਉਹਨਾਂ ਚਿਰ ਜੁੜ ਨਹੀਂ ਸਕਦੀ ਹੈ ਜਿੰਨਾ ਚਿਰ ਤੁਸੀਂ ਸੰਤੁਸ਼ਟ ਨਾ ਹੋ। ਖਿਆਲ ਵਿੱਚ ਰੱਖੋ, ਇਹ ਬੜੇ ਹੀ ਪਿਆਰੇ ਉਪਦੇਸ਼ ਹਨ। ਬਿਨਾਂ ਸੰਤੋਖ ਨਹੀਂ ਕੋ ਰਾਜੇ, ਸੁਪਨ ਮਨੋਰਥ ਬਿਰਥੇ ਸਭ ਕਾਜੇ। ਇਹ ਪੰਕਤੀਆਂ ਨੂੰ ਸਿਰਫ ਪੜ੍ਹੋ ਹੀ ਨਾ, ਸਮਝਿਆ ਵੀ ਕਰੋ। ਗਹਿਰਾਈ ਦੇ ਤਲ ਤੇ ਜੀਵਨ ਦੇ ਵਿੱਚ ਢਾਲੋ ਤੇ ਆਪਣੇ ਜੀਵਨ ਦੇ ਵਿੱਚ ਸੰਤੁਸ਼ਟੀ ਲਿਆਓ। ਸੰਤੁਸ਼ਟ ਹੋ ਜਾਓ। ਜਦੋਂ ਪੂਰਨ ਸੰਤੁਸ਼ਟ ਹੋ ਗਏ ਨਾ, ਫਿਰ ਤੁਹਾਡੀ ਵੀ ਅੱਖ ਭੀਖਣ ਵਰਗੀ ਹੋ ਜਾਊਗੀ। ਕਹੇ ਭੀਖਣ ਦੋਏ ਨੈਣ ਸੰਤੋਖੇ, ਜਹ ਦੇਖਾਂ ਤਹ ਸੋਏ। ਫਿਰ ਸੰਸਾਰ ਨਜ਼ਰ ਨਹੀਂ ਆਵੇਗਾ, ਫਿਰ ਉਹ ਨਜ਼ਰ ਆਵੇਗਾ ਜਿਹੜਾ ਸੰਸਾਰ ਨੂੰ ਚਲਾ ਰਿਹਾ ਹੈ।